ਤੇ ਕੱਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਅਸੀਂ ਸਾਰੇ 2022 ਯਾਨੀ ਕਿ ਚੋਣ ਬਰੇ ਦੇ ਵਿੱਚ ਹੁਣ ਕਦਮ ਰੱਖ ਚੁੱਕੇ ਹਾਂ ਤੇ 2022 ਦੇ ਵਿੱਚ ਪੰਜਾਬ ਦੀ ਜਨਤਾ ਤੈਅ ਕਰੇਗੀ ਕਿ ਅਗਲੇ 5 ਸਾਲ ਤੱਕ ਪੰਜਾਬ ਦੀ ਸੱਤਾ ਦੇ ਉੱਤੇ ਕਿਹੜੀ ਪਾਰਟੀ ਕਾਬਿਜ਼ ਰਹੇਗੀ। ਯਾਨੀ 22 ਦੀ ਬਾਜ਼ੀ ਕਿਸ ਦੇ ਹੱਥ ਦੇ ਵਿੱਚ ਆਉਂਦੀ ਹੈ। शुरुआत करन जा रहे हैं सब तो पहला गल किसानां दी। साल 2021 यानी लंघिया साल, इस साल दे अखीरले 2 महीने यानी नवंबर ते दिसंबर पंजाब दे 2022 दे चोण अखाड़े दे लई गेम चेंजर साबित हो सकदे ने। खेती कानून रद्द करन तो बाद सियासी मैदान दे विच किसानां दी एंट्री एक वड्डा टर्निंग पॉइंट हो सकदी है। किसानां दा फैसला किस पार्टी दे लई फायदे दा सौदा किस दे लई नुकसान दा सौदा होएगा, ये जनता तय करेगी। इस दे उत्ते हुण पार्टियां जिहड़ी सियासी रिवायती पार्टियां ने उन्हां दे विच भी चर्चावां शुरू हो चुकियां ने। पंजाब दे हुंगारे उत्ते जवाब देण लई ਇਹ ਤੁਹਾਡੇ ਸਾਹਮਣੇ ਇੱਕ ਮੋਰਚਾ ਲਿਆਂਦਾ ਜਿਹੜਾ 117 ਸੀਟਾਂ ਲਈ ਤਿਆਰ ਬਰ ਤਿਆਰ ਆ। पच्ची दसंबर ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ 22 ਨੇ ਜਦੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਤਾਂ ਸਿਆਸੀ ਪਾਰਟੀਆਂ ਦੇ ਵਿੱਚ ਨਫੇ ਨੁਕਸਾਨ ਦਾ ਹਿਸਾਬ ਕਿਤਾਬ ਸ਼ੁਰੂ ਹੋ ਗਿਆ। ਕਾਂਗਰਸ, ਅਕਾਲੀ ਦਲ, ਬੀਐਸਪੀ ਗੱਠਜੋੜ, ਆਮ ਆਦਮੀ ਪਾਰਟੀ ਅਤੇ ਬੀਜੇਪੀ ਗੱਠਜੋੜ ਤੋਂ ਬਾਅਦ ਹੁਣ ਪੰਜਵੀਂ ਧਿਰ ਦੇ ਵਜੋਂ ਕਿਸਾਨਾਂ ਦੀ ਦਾਅਵੇਦਾਰੀ 2022 ਦਾ ਸਿਆਸੀ ਮੁਕਾਬਲਾ ਗਹਿ-ਗੱਚ ਬਣਾ ਰਹੀ ਹੈ। पर ਵੱਡਾ ਸਵਾਲ ਇਹ ਹੈ ਕਿ ਇਸ ਦੇ ਨਾਲ ਫਾਇਦਾ ਕਿਸ ਨੂੰ ਹੋਵੇਗਾ। ਕਿਸਾਨਾਂ ਦੀ ਜਥੇਬੰਦੀ ਸੰਯੁਕਤ ਸਮਾਜ ਮੋਰਚਾ ਦਾ ਸਭ ਤੋਂ ਵੱਡਾ ਆਧਾਰ ਪਿੰਡਾਂ ਦੇ ਵਿੱਚ ਹੈ, ਜਿੱਥੇ ਇਹ ਸਿੱਧਾ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਲਈ ਵੱਡੀ ਚੁਣੌਤੀ ਬਣੇਗਾ, ਜਦਕਿ ਬੀਜੇਪੀ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ। ਹੁਣ ਚੋਣ ਰਣਨੀਤੀ ਦੇ ਜ਼ਰੀਏ ਸਮਝਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਵੋਟ ਸਭ ਤੋਂ ਵੱਧ ਹੈ। ਇਸ ਦੇ ਨਾਲ ਕੋਰ ਵੋਟ ਬੈਂਕ ਵੀ ਪਿੰਡਾਂ ਵਿੱਚ ਹੈ। ਕਿਸਾਨ ਚੋਣ ਲੜਦੇ ਨੇ ਤਾਂ ਪਿੰਡਾਂ ਦੇ ਵਿੱਚ ਅਕਾਲੀ ਦਲ ਦੇ ਵੋਟ ਵੰਡੇ ਜਾਣਗੇ। ਅਕਾਲੀ ਦਲ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਸ਼ੁਰੂਆਤੀ ਸਮਰਥਨ ਦੇ ਨਾਲ ਘਿਰਿਆ ਹੋਇਆ ਹੈ। ਹਾਲਾਂਕਿ ਬਾਅਦ ਵਿੱਚ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਤੋਂ ਅਸਤੀਫਾ ਦੇ ਦਿੱਤਾ ਸੀ। ਸੁਖਬੀਰ ਬਾਦਲ ਦੇ ਵੱਲੋਂ ਬੀਜੇਪੀ ਨਾਲ ਗੱਠਜੋੜ ਤੋੜਨ ਤੋਂ ਬਾਅਦ ਵੀ ਕਿਸਾਨਾਂ ਦੀ ਪਾਰਟੀ ਦੇ ਨਾਲ ਨਾਰਾਜ਼ਗੀ ਰਹੀ ਹੈ। ਬੀਜੇਪੀ ਨਾਲ ਗੱਠਜੋੜ ਟੁੱਟਣ ਦੀ ਵਜ੍ਹਾ ਕਰਕੇ ਸ਼ਹਿਰੀ ਸੀਟਾਂ ਤੇ ਪਾਰਟੀ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਸਕਦੀ ਹੈ। ਅਕਾਲੀ ਦਲ ਦੇ ਵਾਂਗ ਕਾਂਗਰਸ ਦਾ ਪਿੰਡੂ ਵੋਟ ਬੈਂਕ ਵੀ ਕਿਸਾਨਾਂ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਹਿੱਲੇਗਾ। ਕਰਜ਼ ਮਾਫੀ ਦੇ ਵਾਅਦੇ ਨੂੰ ਲੈ ਕੇ 2017 ਦੇ ਵਿੱਚ ਕਾਂਗਰਸ ਨੇ ਸਰਕਾਰ ਬਣਾਈ ਸੀ, ਪਰ ਕਰਜ਼ ਮਾਫੀ ਦਾ ਵਾਅਦਾ ਪੂਰਾ ਨਾ ਕਰਨ ਤੇ ਕਿਸਾਨ ਸਰਕਾਰ ਤੋਂ ਨਾਰਾਜ਼ ਨੇ। ਇਸ ਤੋਂ ਇਲਾਵਾ ਕਪਾਹ ਦੀ ਫਸਲ ਦੇ ਮੁਆਵਜ਼ੇ ਨੂੰ ਲੈ ਕੇ ਵੀ ਮੌਜੂਦਾ ਚੰਨੀ ਸਰਕਾਰ ਕਿਸਾਨਾਂ ਦੇ ਨਿਸ਼ਾਨੇ ਤੇ ਰਹੀ ਹੈ। ਵੋਟਾਂ ਦੇ ਲਈ ਕਾਂਗਰਸ ਨੂੰ ਉਹਨਾਂ ਕਿਸਾਨ ਯੂਨੀਅਨਾਂ ਤੋਂ ਆਸ ਹੈ ਜਿਨ੍ਹਾਂ ਨੇ ਸਿਆਸਤ ਦੇ ਵਿੱਚ ਉਤਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮਾਲਵੇ ਵਿੱਚ ਸਭ ਵੱਡੀ ਕਿਸਾਨੀ ਧਿਰ ਹੈ, ਜੋ ਸਿਆਸੀ ਸਮੀਕਰਨ ਬਦਲਣ ਦਾ ਦਮ ਰੱਖਦੀ ਹੈ। ਆਮ ਆਦਮੀ ਪਾਰਟੀ ਦਾ ਆਧਾਰ ਵੀ ਪਿੰਡਾਂ ਵਿੱਚ ਹੀ ਜ਼ਿਆਦਾ ਹੈ। 2017 ਦੀਆਂ ਚੋਣਾਂ ਵਿੱਚ ਪਾਰਟੀ ਨੇ 20 ਸੀਟਾਂ ਜਿੱਤੀਆਂ ਸਨ। ਇਹਨਾਂ ਵਿੱਚੋਂ 90% ਸੀਟਾਂ ਪੇਂਡੂ ਹਲਕਿਆਂ ਵਿੱਚ ਨੇ। ਕਿਸਾਨਾਂ ਦੇ ਚੋਣ ਲੜਨ ਦੇ ਐਲਾਨ ਦੇ ਨਾਲ ਆਪ ਦੀ ਸਿਰਦਰਦੀ ਵੱਧ ਗਈ ਹੈ। ਹਾਲਾਂਕਿ ਚਰਚਾਵਾਂ ਨੇ ਕਿ ਆਮ ਆਦਮੀ ਪਾਰਟੀ ਦਾ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚੇ ਦੇ ਨਾਲ ਗੱਠਜੋੜ ਹੋ ਸਕਦਾ ਹੈ। ਜੇਕਰ ਇਹ ਪ੍ਰਵਾਨ ਚੜ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਇਸ ਦਾ ਵੱਡਾ ਸਿਆਸੀ ਫਾਇਦਾ ਹੋਵੇਗਾ ਤੇ ਜੇਕਰ ਨਹੀਂ ਤਾਂ ਫਿਰ ਨੁਕਸਾਨ ਵੀ ਤੈਅ ਹੈ। ਕਿਸਾਨਾਂ ਦਾ ਸਿਆਸਤ ਦੇ ਵਿੱਚ ਆਉਣਾ ਬੀਜੇਪੀ ਲਈ ਨਾ ਨਫੇ ਦਾ ਸੌਦਾ ਹੈ ਨਾ ਨੁਕਸਾਨ ਦਾ। ਉਹ ਇਸ ਲਈ ਕਿਉਂਕਿ ਬੀਜੇਪੀ ਹੁਣ ਚੋਣ ਪ੍ਰਚਾਰ ਦੇ ਦੌਰਾਨ ਖੁੱਲ੍ਹ ਕੇ ਇਹ ਗੱਲ ਕਹਿ ਸਕਦੀ ਹੈ ਕਿ ਕਿਸਾਨ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਸਨ। ਇਸ ਨਾਲ ਪਾਰਟੀ ਦਾ ਸ਼ਹਿਰੀ ਵੋਟ ਬੈਂਕ ਹੋਰ ਮਜ਼ਬੂਤ ਹੋਵੇਗਾ। ਕਿਸਾਨਾਂ ਦਾ ਸ਼ਹਿਰਾਂ ਦੇ ਵਿੱਚ ਆਧਾਰ ਘੱਟ ਹੈ। ਅਜਿਹੇ ਵਿੱਚ ਬੀਜੇਪੀ ਨੂੰ ਕੋਈ ਨੁਕਸਾਨ ਨਹੀਂ ਹੈ, ਪਰ ਪਿੰਡਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਦੂਜੀਆਂ ਪਾਰਟੀਆਂ ਤੋਂ ਵੱਧ ਨੁਕਸਾਨ ਹੋਵੇਗਾ, ਕਿਉਂਕਿ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਵੀ ਲੋਕਾਂ ਦਾ ਗੁੱਸਾ ਠੰਡਾ ਨਹੀਂ ਹੋਇਆ। ਕਿਸਾਨੀ ਅੰਦੋਲਨ ਨੂੰ ਦਿੱਲੀ ਬਰੂਹਾਂ ਤੱਕ ਪਹੁੰਚਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਅਹਿਮ ਰੋਲ ਸੀ। ਉਹਨਾਂ ਨੇ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਕਿਸਾਨਾਂ ਦੀ ਹਮਾਇਤ ਕੀਤੀ। ਕਿਸਾਨਾਂ ਨਾਲ ਕੈਪਟਨ ਦੇ ਚੰਗੇ ਰਿਸ਼ਤੇ ਨੇ। ਕੈਪਟਨ ਬੀਜੇਪੀ ਦੇ ਗੱਠਜੋੜ ਨੂੰ ਫਾਇਦਾ ਪਹੁੰਚਾ ਸਕਦੇ ਨੇ। ਬੀਜੇਪੀ ਪੇਂਡੂ ਸੀਟਾਂ ਕੈਪਟਨ ਦੇ ਨਾਂ ਤੇ ਲੜ ਸਕਦੀ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਚੋਣ ਨਹੀਂ ਲੜ ਰਹੀਆਂ ਉਹ ਅੰਦਰ ਖਾਤੇ ਕੈਪਟਨ ਨੂੰ ਹਮਾਇਤ ਦੇ ਸਕਦੀਆਂ ਨੇ। ਇਸ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਕੈਪਟਨ ਦਾ ਚੰਗਾ ਰਸੂਖ ਹੈ। ਕਿਸਾਨ ਅਤੇ ਸ਼ਹਿਰੀ ਕੰਬੀਨੇਸ਼ਨ ਗੱਠਜੋੜ ਦੇ ਲਈ ਫਾਇਦੇ ਦਾ ਸੌਦਾ ਹੋ ਸਕਦਾ ਹੈ। ਪੰਜਾਬ ਦੇ ਸਿਆਸੀ ਅਖਾੜੇ ਨੂੰ ਪਲਟਣ ਦੇ ਵਿੱਚ ਕਿਸਾਨਾਂ ਦੀ ਵੋਟ ਕਾਫੀ ਅਹਿਮ ਹੈ। ਸੂਬੇ ਦੀਆਂ
117 ਸੀਟਾਂ ਦੇ ਵਿੱਚੋਂ 77 ਅਜਿਹੀਆਂ ਸੀਟਾਂ ਨੇ ਜਿੱਥੇ ਪੇਂਡੂ ਵੋਟ ਬੈਂਕ ਸਭ ਤੋਂ ਜ਼ਿਆਦਾ ਅਸਰ ਪਾਉਂਦਾ ਹੈ। ਪੂਰੀ ਤਰ੍ਹਾਂ ਦੇ ਨਾਲ ਪੇਂਡੂ ਸੀਟਾਂ 26 ਨੇ, ਜਦਕਿ 51 ਵਿਧਾਨ ਸਭਾ ਸੀਟਾਂ ਅਜਿਹੀਆਂ ਨੇ ਜਿੱਥੇ ਪੇਂਡੂ ਦੇ ਨਾਲ ਸ਼ਹਿਰੀ ਵੋਟਰ ਵੀ ਨੇ। ਦੋਵੇਂ ਥਾਵਾਂ ਤੇ ਕਿਸਾਨ ਵੱਡਾ ਅਸਰ ਪਾਉਂਦੇ ਨੇ। ਇਹੀ ਵਜ੍ਹਾ ਕਿ ਬੀਜੇਪੀ ਕਦੇ ਵੀ ਅਕਾਲੀ ਦਲ ਦੇ ਗੱਠਜੋੜ ਵਿੱਚ ਆਪਣਾ ਰਸੂਖ ਨਹੀਂ ਵਧਾ ਸਕੀ। ਬੀਜੇਪੀ ਦਾ ਹਮੇਸ਼ਾ 40 ਸ਼ਹਿਰੀ ਸੀਟਾਂ ਤੇ ਫੋਕਸ ਰਿਹਾ ਹੈ। ਬਿਊਰੋ ਰਿਪੋਰਟ ਨਿਊਜ਼ 18। ਉਧਰ 22 ਦੀ ਸਿਆਸੀ ਜੰਗ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਵੀ ਅਹਿਮ ਰੋਲ ਅਦਾ ਕਰੇਗਾ। ਅਕਾਲੀ ਦਲ ਦਾ ਸੀਐਮ ਫੇਸ ਸੁਖਬੀਰ ਸਿੰਘ ਬਾਦਲ ਤੈਅ ਨੇ, ਜਦਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਬੀਜੇਪੀ ਗੱਠਜੋੜ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੁਣ ਵੀ ਸਸਪੈਂਸ ਹੈ। ਹਾਲਾਂਕਿ ਕੇਜਰੀਵਾਲ ਸਾਫ਼ ਕਹਿ ਚੁੱਕੇ ਨੇ ਕਿ ਇਸ ਵਾਰ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਹੀ ਮੈਦਾਨ ਦੇ ਵਿੱਚ ਉਤਰੇਗੀ, ਜਦਕਿ ਬੀਜੇਪੀ ਗੱਠਜੋੜ ਅਤੇ ਕਾਂਗਰਸ ਦੇ ਵਿੱਚ ਹੁਣ ਵੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਇੱਕ ਦੁਚਿੱਤੀ ਵਾਲੀ ਸਥਿਤੀ ਜ਼ਰੂਰ ਨਜ਼ਰ ਆਉਂਦੀ ਹੈ। ਪੰਜਾਬ ਦੇ ਇਹ ਉਹ ਵੱਡੇ ਸਿਆਸੀ ਚਿਹਰੇ ਨੇ ਜਿਨ੍ਹਾਂ ਦੇ ਦਮ ਤੇ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰ ਰਹੀਆਂ ਨੇ। ਪਾਰਟੀਆਂ ਦੇ ਵੋਟ ਬੈਂਕ ਤੋਂ ਇਲਾਵਾ ਚੋਣਾਂ ਦੇ ਵਿੱਚ ਸੀਐਮ ਦਾ ਚਿਹਰਾ ਵੀ ਵੱਡਾ ਰੋਲ ਪਲੇ ਕਰਦਾ ਹੈ। ਜਨਤਾ ਲੀਡਰਸ਼ਿਪ ਦੇ ਨਜ਼ਰੀਏ ਨਾਲ ਵੀ ਵੋਟ ਕਿਸ ਨੂੰ ਪਾਉਣਾ ਹੈ ਇਹ ਤੈਅ ਕਰਦੀ ਹੈ। 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ ਦਾ ਖਮਿਆਜ਼ਾ ਕਿਤੇ ਨਾ ਕਿਤੇ ਭੁਗਤਿਆ ਸੀ। ਪਾਰਟੀ ਦੀ ਹਵਾ ਹੋਣ ਦੇ ਬਾਵਜੂਦ ਹਾਰ ਦੀ ਇਹ ਵੱਡੀ ਵਜ੍ਹਾ ਸੀ। ਇਸ ਲਈ ਇਸ ਵਾਰ ਵੀ ਆਪ ਦੇ ਸੁਪਰੀਮੋ ਕੇਜਰੀਵਾਲ ਤੋਂ ਜਦੋਂ ਸੀਐਮ ਚਿਹਰੇ ਨੂੰ ਲੈ ਕੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਸੀਐਮ ਚਿਹਰੇ ਦੇ ਨਾਲ ਮੈਦਾਨ ਦੇ ਵਿੱਚ ਉਤਰਨ ਦਾ ਦਾਅਵਾ ਕਰਦੇ ਨੇ। ਕੇਜਰੀਵਾਲ ਸੀਐਮ ਚਿਹਰੇ ਨਾਲ 22 ਦੇ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਦਾਅਵਾ ਕਰਦੇ ਨੇ, ਪਰ ਨਾਲ ਹੀ ਮੁੱਖ ਮੰਤਰੀ ਦੇ ਚਿਹਰੇ ਤੇ ਸਸਪੈਂਸ ਵੀ ਬਣਾ ਕੇ ਰੱਖਿਆ ਹੋਇਆ ਹੈ। ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਚਿਹਰਾ ਨੇ। ਕਈ ਵਾਰ ਕੇਜਰੀਵਾਲ ਦੇ ਸਾਹਮਣੇ ਪਾਰਟੀ ਵਰਕਰਾਂ ਨੇ ਮਾਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ, ਪਰ ਕੋਈ ਫਾਇਦਾ ਨਹੀਂ ਹੋਇਆ। ਹੁਣ ਸਵਾਲ ਇਹ ਹੈ ਕਿ ਕੀ ਕੇਜਰੀਵਾਲ ਭਗਵੰਤ ਮਾਨ ਨੂੰ ਸੀਐਮ ਚਿਹਰੇ ਵਜੋਂ ਵੇਖਣਾ ਚਾਹੁੰਦੇ ਨੇ ਜਾਂ ਫਿਰ ਨਹੀਂ। ਜੇਕਰ ਹਾਂ ਤਾਂ ਕੀ ਉਹ ਕਿਸੇ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਨੇ ਜਾਂ ਫਿਰ ਹੁਣ ਵੀ ਸੀਐਮ ਚਿਹਰੇ ਦੀ ਤਲਾਸ਼ ਹੋ ਰਹੀ ਹੈ। 2017 ਦੇ ਵਿੱਚ ਕਾਂਗਰਸ ਕੈਪਟਨ ਦੇ ਚਿਹਰੇ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰੀ ਸੀ, ਪਰ 22 ਦੇ ਵਿੱਚ ਕਾਂਗਰਸ ਦੇ ਸੀਐਮ ਚਿਹਰੇ ਨੂੰ ਲੈ ਕੇ ਸਥਿਤੀ ਸਾਫ਼ ਨਹੀਂ ਹੈ। ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਸੀਐਮ ਚਿਹਰੇ ਦੇ ਦਾਅਵੇਦਾਰ ਨੇ, ਪਰ ਚਰਚਾਵਾਂ ਨੇ ਕਿ ਪਾਰਟੀ ਬਗਾਵਤ ਅਤੇ ਦਲਿਤ ਵੋਟਾਂ ਦੀ ਨਾਰਾਜ਼ਗੀ ਤੋਂ ਬਚਣ ਦੇ ਲਈ ਇਸ ਵਾਰ ਬਿਨਾਂ ਸੀਐਮ ਚਿਹਰੇ ਦੇ ਮੈਦਾਨ ਦੇ ਵਿੱਚ ਉਤਰੇਗੀ। ਪਰ ਪਾਰਟੀ ਦਾ ਇਹ ਫੈਸਲਾ ਸਿਆਸੀ ਨਫ਼ੇ ਦੀ ਥਾਂ ਤੇ ਵੱਧ ਨੁਕਸਾਨ ਵਾਲਾ ਹੋ ਸਕਦਾ ਹੈ। ਅਕਾਲੀ ਦਲ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਤਕਰੀਬਨ ਸਥਿਤੀ ਸਾਫ਼ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਹੁਣ ਵੀ ਸਿਆਸਤ ਦੇ ਵਿੱਚ ਐਕਟਿਵ ਨੇ, ਪਰ ਇਸ ਵਾਰ ਅਕਾਲੀ ਦਲ ਤੇ ਬਸਪਾ ਗੱਠਜੋੜ ਦਾ ਸੀਐਮ ਚਿਹਰਾ ਸੁਖਬੀਰ ਸਿੰਘ ਬਾਦਲ ਹੋ ਸਕਦੇ ਨੇ। ਉਹਨਾਂ ਨੇ ਕਈ ਵਾਰ ਇਸ ਤੇ ਸੰਕੇਤ ਵੀ ਦਿੱਤੇ ਨੇ। ਪਰ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਵਿੱਚ 2 ਉਪ ਮੁੱਖ ਮੰਤਰੀ ਦੇ ਚਿਹਰੇ ਹੋਣਗੇ। ਇਹਨਾਂ ਨੂੰ ਲੈ ਕੇ ਸਸਪੈਂਸ ਹੈ। ਇਹਨਾਂ ਜ਼ਰੂਰ ਤੈਅ ਹੈ ਕਿ ਉਪ ਮੁੱਖ ਮੰਤਰੀ ਦਾ ਦਲਿਤ ਚਿਹਰਾ ਬੀਐਸਪੀ ਤੋਂ ਹੋਵੇਗਾ, ਜਦਕਿ ਦੂਜਾ ਉਪ ਮੁੱਖ ਮੰਤਰੀ ਦਾ ਚਿਹਰਾ ਅਕਾਲੀ ਦਲ ਵੱਲੋਂ ਹੋਵੇਗਾ ਜੋ ਹਿੰਦੂ ਹੋਵੇਗਾ। ਬੀਜੇਪੀ ਕੈਪਟਨ ਤੇ ਢੀਂਡਸਾ ਗੱਠਜੋੜ ਦੇ ਸੀਐਮ ਚਿਹਰੇ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਹੈ। ਗੱਠਜੋੜ ਦੇ ਰਸਮੀ ਐਲਾਨ ਤੋਂ ਬਾਅਦ ਸੀਟ ਸ਼ੇਅਰਿੰਗ ਦੇ ਲਈ ਤਿੰਨੋਂ ਪਾਰਟੀਆਂ ਨੇ ਕਮੇਟੀ ਬਣਾ ਦਿੱਤੀ ਹੈ, ਪਰ ਸੀਐਮ ਚਿਹਰੇ ਤੇ ਗੱਠਜੋੜ ਦੀ ਸਥਿਤੀ ਹਾਲੇ ਤੱਕ ਸਾਫ਼ ਨਹੀਂ ਹੈ। ਹੋ ਸਕਦਾ ਹੈ ਕਿ ਬੀਜੇਪੀ ਗੱਠਜੋੜ ਵੀ ਬਿਨਾਂ ਸੀਐਮ ਚਿਹਰੇ ਦੇ ਮੈਦਾਨ ਦੇ ਵਿੱਚ ਉਤਰੇ ਜਾਂ ਇਸ ਫਾਰਮੂਲੇ ਦੇ ਨਾਲ ਜਨਤਾ ਵਿੱਚ ਜਾਵੇ ਕਿ ਚੋਣਾਂ ਤੋਂ ਬਾਅਦ ਗੱਠਜੋੜ ਦਾ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇਗਾ, ਜਦਕਿ 2 ਉਪ ਮੁੱਖ ਮੰਤਰੀ ਹੋਣਗੇ ਜਿਸ ਵਿੱਚ ਇੱਕ ਦਲਿਤ ਤੇ ਇੱਕ ਹਿੰਦੂ ਚਿਹਰਾ ਹੋਵੇਗਾ। 2022 ਦੇ ਚੋਣ ਅਖਾੜੇ ਦੇ ਵਿੱਚ ਹੁਣ ਤੱਕ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਅਧੀਨ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਬਲਬੀਰ ਸਿੰਘ ਰਾਜੇਵਾਲ ਇਸ ਮੋਰਚੇ ਦੇ ਪ੍ਰਧਾਨ ਨੇ, ਲਿਹਾਜ਼ਾ ਮੁੱਖ ਮੰਤਰੀ ਦੀ ਰੇਸ ਵਿੱਚ ਵੀ ਕਿਸਾਨਾਂ ਵੱਲੋਂ ਉਹੀ ਚਿਹਰਾ ਹੋਣਗੇ। ਪਰ ਖਬਰਾਂ ਇਹ ਵੀ ਨੇ ਕਿ ਜੇਕਰ ਕਿਸਾਨਾਂ ਦਾ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਹੁੰਦਾ ਹੈ ਤਾਂ ਉਹ ਗੱਠਜੋੜ ਦਾ ਸੀਐਮ ਚਿਹਰਾ ਵੀ ਬਣ ਸਕਦੇ ਨੇ। ਪਰ ਹਾਲੇ ਇਹ ਸਭ ਕਿਆਸ ਰਾਈਆਂ ਨੇ। ਪਰ ਇੱਕ ਗੱਲ ਤੈਅ ਹੈ ਕਿ ਸੀਐਮ ਦਾ ਚਿਹਰਾ ਪਾਰਟੀਆਂ ਦੀ ਜਿੱਤ ਹਾਰ ਵਿੱਚ ਕਾਫੀ ਅਹਿਮ ਰੋਲ ਪਲੇ ਕਰਦਾ ਹੈ। ਬਿਊਰੋ ਰਿਪੋਰਟ ਨਿਊਜ਼ 18। 17 ਤੋਂ 22 ਯਾਨੀ 2017 ਤੋਂ 2022 ਤੱਕ ਆਉਂਦੇ ਪੰਜਾਬ ਦੇ ਵਿੱਚ ਸਿਆਸੀ ਗੱਠਜੋੜ ਦਾ ਸਮੀਕਰਨ ਹੁਣ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਹੈ। ਇਸ ਬਦਲੇ ਸਮੀਕਰਨ ਤੋਂ ਬਾਅਦ ਜਿਹੜੀਆਂ ਧਿਰਾਂ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੀਆਂ ਨੇ, ਇਸ ਵਾਰ ਗੱਠਜੋੜ ਦੇ ਵਿੱਚ ਚੋਣ ਲੜਦੀਆਂ ਨਜ਼ਰ ਆਉਣਗੀਆਂ ਅਤੇ ਜਿਹੜੇ ਗੱਠਜੋੜ ਦੇ ਵਿੱਚ 2017 ਦੇ ਵਿੱਚ ਚੋਣ ਲੜ ਰਹੇ ਸੀ ਉਹ ਇਸ ਵਾਰ ਇੱਕ ਦੂਜੇ ਦੇ ਖਿਲਾਫ ਹੋਣਗੇ। ਵੱਡਾ ਸਵਾਲ ਹੈ ਕਿ ਬਦਲੇ ਸਮੀਕਰਨ ਦਾ 22 ਦੀਆਂ ਚੋਣਾਂ ਦੇ ਵਿੱਚ ਵੋਟ ਬੈਂਕ ਦੇ ਉੱਤੇ ਕੀ ਅਸਰ ਪਏਗਾ।
2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ 21 ਦੇ ਵਿੱਚ ਪੰਜਾਬ ਵਿੱਚ ਨਵੇਂ ਚੋਣ ਗੱਠਜੋੜ ਤਿਆਰ ਹੋ ਰਹੇ ਨੇ। 2017 ਦੀਆਂ ਚੋਣਾਂ ਤੋਂ ਬਿਲਕੁਲ ਉਲਟ ਅਤੇ ਤੀਜੇ ਗੱਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਨੇ ਪਿਛਲੇ ਸਾਲ ਹੀ ਬੀਜੇਪੀ ਦੇ ਨਾਲੋਂ ਗੱਠਜੋੜ ਤੋੜ ਦਿੱਤਾ ਸੀ, ਪਰ 2022 ਦੀਆਂ ਚੋਣਾਂ ਵਿੱਚ ਜਾਣ ਤੋਂ ਪਹਿਲਾਂ ਪਾਰਟੀ ਨੇ ਦਲਿਤ ਫੈਕਟਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਸਪਾ ਦੇ ਨਾਲ ਹੱਥ ਮਿਲਾ ਲਿਆ ਹੈ ਅਤੇ 97-20 ਦਾ ਸਿਆਸੀ ਸਮਝੌਤਾ ਕਰ ਲਿਆ ਹੈ। 97 ਅਕਾਲੀ ਦਲ ਅਤੇ 20 ਸੀਟਾਂ ਤੇ ਬੀਐਸਪੀ ਚੋਣ ਲੜ ਰਹੀ ਹੈ, ਪਰ ਵੱਡਾ ਸਵਾਲ ਇਹੀ ਹੈ ਕਿ ਗੱਠਜੋੜ 22 ਦੇ ਲਈ ਕਿੰਨਾ ਫਿੱਟ ਹੈ। ਕਿ ਸਿੱਖ ਤੇ ਦਲਿਤ ਦਾ ਗੱਠਜੋੜ ਪਾਰਟੀ ਨੂੰ ਜਿੱਤ ਦਿਵਾ ਸਕਦਾ ਹੈ? ਕਿ ਬੀਜੇਪੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਹਿੰਦੂ ਵੋਟਰ ਬੀਜੇਪੀ ਦਾ ਸਾਥ ਦੇਵੇਗਾ? ਪਾਰਟੀ ਲਈ ਹਿੰਦੂ ਸਿੱਖ ਦਾ ਕੰਬੀਨੇਸ਼ਨ ਜ਼ਿਆਦਾ ਫਾਇਦੇਮੰਦ ਸੀ ਜਾਂ ਫਿਰ ਸਿੱਖ ਤੇ ਦਲਿਤ ਵੋਟ ਬੈਂਕ ਦਾ ਗੱਠਜੋੜ ਫਾਇਦੇਮੰਦ ਹੈ? ਇਹ ਉਹ ਸਵਾਲ ਨੇ ਜਿਸ ਦੇ ਜਵਾਬ ਨਤੀਜੇ ਤੈਅ ਕਰਨਗੇ। ਪਰ ਇੱਕ ਗੱਲ ਸਾਫ਼ ਹੈ ਕਿ 2.5 ਦਹਾਕੇ ਤੋਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਮਿਲ ਕੇ ਚੋਣਾਂ ਲੜ ਰਿਹਾ ਸੀ। ਇਸ ਨਾਲ ਦੋਵੇਂ ਪਾਰਟੀਆਂ ਨੂੰ ਫਾਇਦਾ ਹੁੰਦਾ ਸੀ। ਅਕਾਲੀ ਦਲ ਨੂੰ ਸ਼ਹਿਰੀ ਸੀਟ ਉੱਤੇ ਬੀਜੇਪੀ ਦੀ ਵੋਟ ਮਦਦ ਕਰਦੀ ਸੀ, ਜਦਕਿ ਪਿੰਡੂ ਸ਼ਹਿਰੀ ਮਿਕਸ ਸੀਟਾਂ ਤੇ ਦੋਵਾਂ ਦੇ ਉਮੀਦਵਾਰਾਂ ਨੂੰ ਫਾਇਦਾ ਹੁੰਦਾ ਸੀ। ਵੱਡੀ ਗੱਲ ਇਹ ਸੀ ਕਿ ਇਸ ਗੱਠਜੋੜ ਨੇ 3 ਵਾਰ ਸਰਕਾਰ ਬਣਾਈ ਅਤੇ ਇਸ ਵਾਰ ਦੋਵਾਂ ਦਾ ਵੱਖ-ਵੱਖ ਹੋਣਾ ਪੰਜਾਬ ਦੀ ਸਿਆਸਤ ਦੇ ਲਈ ਨਵਾਂ ਤਜਰਬਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਦੂਜਾ ਗੱਠਜੋੜ ਬੀਜੇਪੀ ਕੈਪਟਨ ਤੇ ਸੁਖਦੇਵ ਸਿੰਘ ਢੀਂਡਸਾ ਦਾ ਹੈ। 2017 ਦੇ ਵਿੱਚ ਕੈਪਟਨ ਕਾਂਗਰਸ ਦੇ ਸੀਐਮ ਚਿਹਰਾ ਸਨ। ਬੀਜੇਪੀ ਦੇ ਵਿਰੋਧ ਵਿੱਚ ਚੋਣ ਜਿੱਤੀ। ਢੀਂਡਸਾ ਅਕਾਲੀ ਦਲ ਦੇ ਨਾਲ ਸਨ, ਬੀਜੇਪੀ ਨਾਲ ਮਿਲ ਕੇ ਚੋਣਾਂ ਲੜੀਆਂ। ਹੁਣ ਇਸ ਵਾਰ ਬੀਜੇਪੀ ਕੈਪਟਨ ਤੇ ਢੀਂਡਸਾ ਦੀ ਤਿਕੜੀ ਬਣ ਚੁੱਕੀ ਹੈ। ਗੱਠਜੋੜ ਦੇ ਤੌਰ ਤੇ ਉਹ 2022 ਦੇ ਵਿੱਚ ਦਾਅਵੇਦਾਰੀ ਪੇਸ਼ ਕਰ ਰਹੇ ਨੇ। ਬੀਜੇਪੀ ਇਸ ਗੱਠਜੋੜ ਦੇ ਜ਼ਰੀਏ ਸ਼ਹਿਰਾਂ ਦੇ ਨਾਲ-ਨਾਲ ਪਿੰਡੂ ਖੇਤਰਾਂ ਵਿੱਚ ਆਪਣੇ ਸਿਆਸੀ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਿੱਚ ਕੈਪਟਨ ਉਹਨਾਂ ਦੀ ਮਦਦ ਕਰ ਸਕਦੇ ਨੇ, ਪਰ ਬੀਜੇਪੀ ਦਾ ਇਹ ਗੱਠਜੋੜ ਅਕਾਲੀ ਦਲ ਦੇ ਗੱਠਜੋੜ ਵਾਂਗ ਮਜ਼ਬੂਤ ਹੋਵੇਗਾ? ਬੀਜੇਪੀ ਲਈ ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਅਕਾਲੀ ਦਲ ਦਾ ਪਾਰਟੀ ਦੇ ਤੌਰ ਤੇ ਵੱਡਾ ਵੋਟ ਬੈਂਕ ਹੈ, ਜਦਕਿ ਕੈਪਟਨ ਤੇ ਢੀਂਡਸਾ ਸਿਰਫ ਚਿਹਰੇ ਨੇ, ਜਦਕਿ ਨਵੀਂ ਪਾਰਟੀ ਹੋਣ ਦੇ ਨਾਤੇ ਜਥੇਬੰਦਕ ਤੌਰ ਤੇ ਤਾਕਤਵਰ ਨਹੀਂ ਨੇ। ਕਾਂਗਰਸ 2017 ਵਾਂਗ ਇਸ ਵਾਰ ਬਿਨਾਂ ਗੱਠਜੋੜ ਤੋਂ ਮੈਦਾਨ ਦੇ ਵਿੱਚ ਉਤਰ ਸਕਦੀ ਹੈ, ਜਦਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਤਰਜ਼ ਉੱਤੇ ਫਿਲਹਾਲ 117 ਸੀਟਾਂ ਤੇ ਚੋਣ ਲੜਨ ਜਾ ਰਹੀ ਹੈ। ਪਰ ਕਿਸਾਨਾਂ ਦੇ ਨਾਲ ਗੱਠਜੋੜ ਦੀਆਂ ਚਰਚਾਵਾਂ ਜੇਕਰ ਸਫਲ ਹੁੰਦੀਆਂ ਨੇ ਤਾਂ 2022 ਦੇ ਸਿਆਸੀ ਸਮੀਕਰਨ ਦਾ ਰੂਪ ਬਦਲ ਸਕਦਾ ਹੈ। ਪਰ ਇਸ ਸਭ ਦੇ ਵਿਚਾਲੇ ਸਭ ਤੋਂ ਵੱਡਾ ਪੇਚ ਸੀਐਮ ਚਿਹਰੇ ਨੂੰ ਲੈ ਕੇ ਹੋਵੇਗਾ। ਕਿ ਆਪ ਕਿਸਾਨਾਂ ਦੇ ਸੀਐਮ ਚਿਹਰੇ ਨੂੰ ਮਨਜ਼ੂਰੀ ਦੇਵੇਗੀ? ਕਿ ਕਿਸਾਨ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਅਧੀਨ ਚੋਣ ਲੜਨਗੇ? ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ, ਜਿਸ ਦਾ ਜਵਾਬ 2022 ਵਿੱਚ ਹੀ ਮਿਲੇਗਾ। ਬਿਊਰੋ ਰਿਪੋਰਟ, ਨਿਊਜ਼ 18। ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਸਿਆਸਤ ਦੀ ਅਹਿਮ ਭੂਮਿਕਾ ਹੋਵੇਗੀ, ਪਰ ਜੇਕਰ ਕਿਸੇ ਨੂੰ ਬਹੁਮਤ ਨਹੀਂ ਮਿਲਦਾ, ਯਾਨੀ ਪੰਜਾਬ ਦੇ ਵਿੱਚ ਜੇਕਰ ਹੰਗ ਅਸੈਂਬਲੀ ਵਾਲੀ ਇੱਕ ਤਸਵੀਰ ਬਣਦੀ ਹੈ, ਤਾਂ ਵੱਡਾ ਸਵਾਲ ਹੈ ਕਿ ਕਿਸ ਸਮੀਕਰਨ ਦੇ ਨਾਲ ਨਵੀਂ ਸਰਕਾਰ ਬਣੇਗੀ। ਕਿ 17 ਦੇ ਸਾਥੀ ਮੁੜ 22 ਦੇ ਵਿੱਚ ਇਕੱਠੇ ਹੋ ਜਾਣਗੇ, ਜਾਂ ਫਿਰ 2014 ਦਾ ਦਿੱਲੀ ਦੀ ਸੱਤਾ ਵਾਲਾ ਫਾਰਮੂਲਾ ਪੰਜਾਬ 'ਚ ਵੀ ਲਾਗੂ ਹੋ ਸਕਦਾ ਹੈ। ਨਿਸ਼ਾਨਾ ਜਦੋਂ ਸੱਤਾ ਹੋਵੇ ਤਾਂ ਸਿਆਸੀ ਬਸਾਤ ਦੇ ਵਿੱਚ ਕੋਈ ਦੁਸ਼ਮਣ ਨਹੀਂ ਹੁੰਦਾ। ਹਰ ਚਾਲ ਸਮੇਂ ਦੇ ਨਾਲ ਬਦਲੀ ਜਾਂਦੀ ਹੈ। ਪੰਜਾਬ ਦੇ ਵਿੱਚ 21 ਵਿੱਚ 22 ਦੇ ਲਈ ਜਿਹੜੇ ਸਿਆਸੀ ਗੱਠਜੋੜ ਬਣੇ ਨੇ ਉਹ ਇਸ ਤੇ ਪੂਰੀ ਤਰ੍ਹਾਂ ਫਿੱਟ ਬੈਠਦੇ ਨੇ। ਕੈਪਟਨ ਬੀਜੇਪੀ ਅਤੇ ਢੀਂਡਸਾ ਦੇ ਨਾਲ ਖੜੇ ਨੇ। ਅਕਾਲੀ ਦਲ ਤੇ ਬੀਐਸਪੀ ਨੇ ਮਿਲ ਕੇ ਨਵਾਂ ਗੱਠਜੋੜ ਬਣਾਇਆ ਹੈ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜੇਕਰ ਅਕਾਲੀ ਦਲ ਤੇ ਬੀਐਸਪੀ ਗੱਠਜੋੜ ਨੂੰ ਬਹੁਮਤ ਨਹੀਂ ਮਿਲਦਾ ਤਾਂ 2.5 ਦਹਾਕੇ ਤੱਕ ਗੱਠਜੋੜ ਦੇ ਵਿੱਚ ਰਹਿਣ ਵਾਲੀ ਬੀਜੇਪੀ ਅਕਾਲੀ ਦਲ ਦੇ ਸਭ ਤੋਂ ਕਰੀਬ ਹੋਵੇਗੀ। ਦੋਵੇਂ ਇੱਕ ਵਾਰ ਮੁੜ ਤੋਂ ਨਾਲ ਆ ਸਕਦੇ ਨੇ, ਕਿਉਂਕਿ ਦੋਵੇਂ ਹੀ ਪਾਰਟੀਆਂ ਨਾ ਤਾਂ ਕਾਂਗਰਸ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਨਾਲ ਜਾ ਸਕਦੀਆਂ ਨੇ। ਜਿੱਥੇ ਤੱਕ ਗੱਲ ਰਹੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ, ਤਾਂ ਬਦਲੇ ਸਿਆਸੀ ਸਮੀਕਰਨ ਦੇ ਨਾਲ ਰਣਨੀਤੀ ਬਦਲਦੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਬੀਜੇਪੀ ਨਾਲ ਗੱਠਜੋੜ ਇਸੇ ਦਾ ਉਦਾਹਰਨ ਹੈ। ਇਸ ਤੋਂ ਇਲਾਵਾ ਬਹੁਮਤ ਨਾ ਮਿਲਣ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਜੇਕਰ ਬਹੁਮਤ ਦੇ ਅੰਕੜੇ ਤੱਕ ਪਹੁੰਚਦੇ ਨੇ ਤਾਂ ਫਿਰ ਦੋਵੇਂ ਨਾਲ ਆ ਸਕਦੇ ਨੇ। 2014 ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਮਿਲ ਕੇ ਸਰਕਾਰ ਬਣਾਈ ਸੀ। ਹਾਲਾਂਕਿ ਕਾਂਗਰਸ ਨੇ ਬਾਹਰੋਂ ਹਮਾਇਤ ਦਿੱਤੀ ਸੀ। ਜੇਕਰ ਪੰਜਾਬ ਵਿੱਚ ਅਜਿਹੇ ਹਾਲਾਤ ਹੁੰਦੇ ਨੇ ਤਾਂ ਇਹ ਦੇਖਣਾ ਹੋਵੇਗਾ ਕਿ ਕਾਂਗਰਸ ਆਪ ਨੂੰ ਬਾਹਰੋਂ ਹਮਾਇਤ ਦੇਵੇਗੀ ਜਾਂ ਆਪ ਕਾਂਗਰਸ ਨੂੰ ਹਮਾਇਤ ਦੇਵੇਗੀ। ਇਸ ਤੋਂ ਇਲਾਵਾ ਕਿਸਾਨਾਂ ਦੀ ਨਵੀਂ ਪਾਰਟੀ ਜੇਕਰ ਕੋਈ ਸੀਟਾਂ ਤੇ ਕਬਜ਼ਾ ਕਰਕੇ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਹੁੰਦੀ ਹੈ ਤਾਂ ਉਸ ਦੀ ਹਮਾਇਤ ਕਿਸ ਨੂੰ ਹੋਵੇਗੀ, ਇਹ ਦੇਖਣ ਵਾਲੀ ਗੱਲ ਰਹੇਗੀ। ਕਿਸਾਨਾਂ ਨੇ ਸਾਰੇ ਬਦਲ ਖੁੱਲ੍ਹੇ ਰੱਖੇ ਨੇ। ਉਹ ਆਮ ਆਦਮੀ ਪਾਰਟੀ, ਕਾਂਗਰਸ ਅਤੇ ਕੈਪਟਨ ਦੇ ਨਾਲ ਬਣੇ ਗੱਠਜੋੜ ਦੇ ਵਿੱਚ ਜਾ ਸਕਦੇ ਨੇ। ਕੁੱਲ ਮਿਲਾ ਕੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੱਤਾ ਵਿੱਚ ਕਾਬਜ਼ ਹੋਣ ਤੱਕ ਪੰਜਾਬ ਦਾ ਸਿਆਸੀ ਘਟਨਾਕ੍ਰਮ ਦਿਲਚਸਪ ਹੋ ਸਕਦਾ ਹੈ।
ਬਿਊਰੋ ਰਿਪੋਰਟ ਨਿਊਜ਼ 18। ਬਹੁਤ ਘੱਟ ਹੋਇਆ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਜਾਤੀਗਤ ਅਤੇ ਧਾਰਮਿਕ ਮੁੱਦਿਆਂ ਦੇ ਉੱਤੇ ਲੜੀਆਂ ਗਈਆਂ ਹੋਣ, ਪਰ 2022 ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਜਾਤੀਗਤ ਸਮੀਕਰਨ ਦੇ ਨਾਲ ਧਰਮ ਦੇ ਵੋਟ ਬੈਂਕ ਨੂੰ ਲੈ ਕੇ ਚਰਚਾਵਾਂ ਜ਼ੋਰਾਂ ਉੱਤੇ ਨੇ ਅਤੇ ਦੋਵੇਂ ਇਸ ਵਾਰ ਮੁੱਦੇ ਸੂਬੇ ਦੀ ਸਿਆਸਤ ਦੇ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਨੇ। ਪੰਜਾਬ ਦੀ ਸਿਆਸੀ ਹਵਾ ਇਸ ਵਾਰ ਜਾਤੀਗਤ ਤੇ ਧਾਰਮਿਕ ਸਮੀਕਰਨ ਦੇ ਵਿੱਚ ਪੂਰੀ ਤਰ੍ਹਾਂ ਉਲਝੀ ਹੋਈ ਨਜ਼ਰ ਆਉਂਦੀ ਹੈ। ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਜਾਤੀਗਤ ਤੇ ਧਾਰਮਿਕ ਸਮੀਕਰਨ ਨੂੰ ਲੈ ਕੇ ਪਾਰਟੀਆਂ ਆਪਣੀ ਰਣਨੀਤੀ ਬਣਾ ਰਹੀਆਂ ਨੇ। ਇਸ ਦੇ ਲਈ 2021 ਦੇ ਵਿੱਚ ਦੋ ਵੱਡੀਆਂ ਸਿਆਸੀ ਉਥਲ-ਪੁਥਲ ਹੋਈਆਂ ਨੇ ਜਿਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ ਹੈ, ਜਿਸ ਦਾ ਅਸਰ 2022 ਦੀਆਂ ਚੋਣਾਂ ਦੇ ਵਿੱਚ ਨਜ਼ਰ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਜਾਤੀਗਤ ਸਮੀਕਰਨ ਇੱਕਦਮ ਚੋਣਾਂ ਤੇ ਹਾਵੀ ਹੋ ਗਏ ਨੇ, ਤਾਂ ਬੀਜੇਪੀ ਤੇ ਅਕਾਲੀ ਦਲ ਦੀ ਗੱਠਜੋੜ ਟੁੱਟਣ ਤੋਂ ਬਾਅਦ ਹਿੰਦੂ ਤੇ ਸਿੱਖ ਵੋਟ ਦੇ ਵਿੱਚ ਸਿਆਸਤ ਵੰਡੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਦੇ ਸਿਆਸੀ ਸਮੀਕਰਨ ਨੂੰ ਸਮਝਣ ਦੇ ਲਈ ਜਾਤੀਗਤ ਤੇ ਧਾਰਮਿਕ ਸਮੀਕਰਨ ਨੂੰ ਸਮਝਣਾ ਬੇहद ਜ਼ਰੂਰੀ ਹੈ। ਪੰਜਾਬ ਦੇ ਵਿੱਚ ਜਾਤੀਗਤ ਸਮੀਕਰਨ ਦੇ ਮੁਤਾਬਕ ਸਭ ਤੋਂ ਵੱਧ 32% ਦਲਿਤ ਵੋਟ ਨੇ, ਜਦਕਿ OBC 31%, ਜੱਟ ਸਿੱਖ ਵੋਟ 19%, ਬ੍ਰਾਹਮਣ, ਰਾਜਪੂਤ, ਵੈਸ਼, ਖੱਤਰੀ, ਅਰੋੜਾ ਤੇ ਸੂਦ 14% ਨੇ। ਪੰਜਾਬ ਦੇ ਆਰਥਿਕ ਤੇ ਸਮਾਜਿਕ ਢਾਂਚੇ ਦੇ ਵਿੱਚ ਜੱਟ ਸਿੱਖਾਂ ਦਾ ਦਬਦਬਾ ਮੰਨਿਆ ਜਾਂਦਾ ਹੈ, ਜਦਕਿ ਧਾਰਮਿਕ ਪੱਖ ਤੋਂ 58% ਸਿੱਖ ਅਤੇ 38% ਹਿੰਦੂ ਨੇ, ਜਦਕਿ 4% ਘੱਟ ਗਿਣਤੀਆਂ ਨੇ ਜਿਨ੍ਹਾਂ ਦੇ ਵਿੱਚ ਮੁਸਲਮਾਨ ਤੇ ਈਸਾਈ ਤੇ ਜੈਨੀ ਭਾਈਚਾਰਾ ਸ਼ਾਮਲ ਹੈ। ਵੈਸੇ ਤਾਂ ਹਰ ਵਾਰ ਵੋਟ ਬੈਂਕ ਸ਼ਿਫਟ ਹੁੰਦਾ ਰਿਹਾ ਹੈ, ਪਰ ਕੁਝ ਵੋਟ ਅਜੇ ਹੁੰਦੇ ਨੇ ਜੋ ਪਾਰਟੀਆਂ ਦਾ ਕੋਰ ਵੋਟ ਬੈਂਕ ਮੰਨੇ ਜਾਂਦੇ ਨੇ। ਜਿਵੇਂ 2017 ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੇ ਤੌਰ ਤੇ ਵਿਧਾਨ ਸਭਾ ਚੋਣਾਂ ਲੜੀ ਸਨ, ਜਿਸ ਨਾਲ ਦੋਵੇਂ ਹੀ ਪਾਰਟੀਆਂ ਨੂੰ ਹਿੰਦੂ ਤੇ ਸਿੱਖ ਕੰਬੀਨੇਸ਼ਨ ਦਾ ਸਭ ਤੋਂ ਵੱਧ ਫਾਇਦਾ ਮਿਲਦਾ ਸੀ। ਇਸ ਤੋਂ ਇਲਾਵਾ ਦਲਿਤ ਵੋਟ ਬੈਂਕ ਦਾ ਇੱਕ ਹਿੱਸਾ ਅਕਾਲੀ ਦਲ ਤੇ ਬੀਜੇਪੀ ਦੇ ਨਾਲ ਜੁੜਿਆ ਸੀ, ਜਦਕਿ ਕਾਂਗਰਸ ਦਾ ਕੋਰ ਵੋਟ ਬੈਂਕ ਹਿੰਦੂ, ਜੱਟ ਸਿੱਖ ਤੇ ਦਲਿਤ ਹੁੰਦਾ ਸੀ। ਦਲਿਤ ਵੋਟ ਦਾ ਜ਼ਿਆਦਾ ਫਾਇਦਾ ਕਾਂਗਰਸ ਨੂੰ ਮਿਲਦਾ ਰਿਹਾ ਹੈ, ਜਦਕਿ ਸਿੱਖ ਵੋਟ ਬੈਂਕ ਵਿੱਚ ਜੱਟ ਸਿੱਖ ਕਾਂਗਰਸ ਦੇ ਨਾਲ ਆਉਂਦੇ ਰਹੇ ਨੇ। 2017 ਵਿੱਚ 30% ਜੱਟ ਵੋਟ ਬੈਂਕ ਕਾਂਗਰਸ ਤੋਂ ਵੱਖ ਹੋ ਕੇ ਆਪ ਦੇ ਵੱਲ ਸ਼ਿਫਟ ਹੋਇਆ ਸੀ। 2021 ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ CM ਬਣਨ ਤੋਂ ਬਾਅਦ ਕਾਂਗਰਸ ਦਾ ਦਲਿਤ ਵੋਟ ਬੈਂਕ ਮਜ਼ਬੂਤ ਹੋਇਆ ਹੈ। ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਬੀਜੇਪੀ ਇਸ ਨੂੰ ਤੋੜਨ ਦਾ ਹੱਲ ਲੱਭ ਰਹੇ ਨੇ। ਬਦਲੇ ਸਮੀਕਰਨ ਤੋਂ ਬਾਅਦ ਬੀਜੇਪੀ ਦੇ ਸਾਹਮਣੇ ਹਿੰਦੂ ਵੋਟਰਾਂ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਦੇ ਜ਼ਰੀਏ ਜੱਟ ਸਿੱਖ ਵੋਟਰਾਂ ਤੇ ਵੀ ਨਜ਼ਰ ਹੈ। ਕੁੱਲ ਮਿਲਾ ਕੇ 2022 ਦੀ ਸਿਆਸੀ ਲੜਾਈ ਦੇ ਵਿੱਚ ਗੱਠਜੋੜ ਬਦਲਣ ਦੇ ਨਾਲ-ਨਾਲ ਜਾਤੀਗਤ ਤੇ ਧਾਰਮਿਕ ਸਮੀਕਰਨ ਵੀ ਬਦਲੇ ਹੋਏ ਨਜ਼ਰ ਆ ਰਹੇ ਨੇ। ਇਸ ਲਈ ਜਿੱਤ ਹਾਰ ਦਾ ਫੈਸਲਾ ਵੀ ਦਿਲਚਸਪ ਹੋਣ ਵਾਲਾ ਹੈ। ਬਿਊਰੋ ਰਿਪੋਰਟ ਨਿਊਜ਼ 18। ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।